ਹੈਲਥ ਪਲਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਦੁੱਖ ਨਿਵਾਰਨ ਇਲੈਕਟ੍ਰੋ ਹੋਮਿਓਪੈਥਿਕ ਹਸਪੀਟਲ ਐਂਡ ਰਿਸਰਚ ਸੈਂਟਰ ਨੀਅਰ ਨਿਰੰਕਾਰੀ ਭਵਨ ਤਲਵੰਡੀ ਦੁਸਾਂਝ ਰੋਡ ਮੋਗਾ। ਇਸ ਹਸਪੀਟਲ ਨੂੰ ਡਾਕਟਰ ਕੁਲਦੀਪ ਸਿੰਘ ਜੋ ਕਿ BEMS MD ਸਨ, ਬਹੁਤ ਵਧੀਆ ਤਰੀਕੇ ਨਾਲ ਇੱਥੇ ਸੇਵਾਵਾਂ ਦੇ ਰਹੇ ਸਨ। ਬਹੁਤ ਮਿਹਨਤ ਕਰਕੇ ਉਹਨਾਂ ਨੇ ਇਸ ਛੋਟੇ ਜਿਹੇ ਬੂਟੇ ਨੂੰ ਇੱਕ ਕਣਛਾਵਾਂ ਪੇੜ ਬਣਾਇਆ। ਅੱਜ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ और उस तो बाद भी उन्होंने वालों लगाए इस बूटे की साम संभाल उन्होंने बेटी जो कि खुद इलैक्ट्रो होम्योपैथिक डॉक्टर ने कर रहे हैं। सारी टीम ने डॉक्टर साहब नाल गलबात की जिन्होंने सानू दुख निवारण इलैक्ट्रो होम्योपैथिक हॉस्पिटल और रिसर्च सेंटर बारे विस्तृत जानकारी दी। इलैक्ट्रो होम्योपैथिक दवाइयां का कोई साइड इफेक्ट नहीं हुंदा, ये सानू डॉक्टर साहब ने दस्या। सारी टीम ने इत्थे ट्रीटमेंट लै रहे पेशेंट्स दे नाल भी गलबात की जिन्होंने इलैक्ट्रो होम्योपैथी दे विच अपना बहुत विश्वास ਜ਼ਾਹਿਰ ਕੀਤਾ और दसिया कि इस नाल उन्हां नूं बहुत फायदा पहुंचे। आओ चलते हैं दुख निवारण इलैक्ट्रो होम्योपैथिक हॉस्पिटल एंड रिसर्च सेंटर मोगा। दर्शकों ਅਸੀਂ ਆਏ ਹਾਂ ਇਲੈਕਟ੍ਰੋ ਹੋਮਿਓਪੈਥੀ ਦੇ ਮਾਹਰ ਡਾਕਟਰ ਕੁਲਦੀਪ ਦੇ ਕਲੀਨਿਕ ਦੇ ਉੱਪਰ। ਉਹ ਇਨਸਾਨ ਜਿਹਨੇ ਸਾਰੀ ਜ਼ਿੰਦਗੀ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਔਰ ਹੁਣ ਉਹਨਾਂ ਨੂੰ ਫੋਲੋ ਕਰਕੇ ਉਹਨਾਂ ਦੀ ਬੇਟੀ ਜਿਹੜੀ ਕਿ ਇਸੇ ਸੇਵਾ 'ਚ ਲੱਗੀ ਹੋਈ ਹੈ। ਅਸੀਂ ਗੱਲ ਕਰ ਰਹੇ ਹਾਂ ਵੀਰ ਜੀ ਦੇ ਨਾਲ ਜਿਹੜੇ ਬੜੀ ਦੂਰੋਂ ਆ ਕੇ ਇੱਥੇ ਮੈਡੀਸਿਨਸ ਲੈ ਰਹੇ ਨੇ। ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਔਰ ਕੀ ਪ੍ਰੋਬਲਮ ਸੀਗੀ ਤੁਹਾਨੂੰ ਜੋ ਤੁਸੀਂ ਆਏ ਔਰ ਅੱਜ ਕੀ ਰਿਜ਼ਲਟ ਹੈ? ਮੈਂ ਖਾਰਾ ਪਿੰਡ ਦਾ ਰਹਿਣ ਵਾਲਾ। ਮੇਰੇ ਸੱਸ ਤੇ ਸਹੁਰੇ ਨੂੰ ਪ੍ਰੋਬਲਮ ਸੀ। 2-2.5 ਸਾਲ ਤੋਂ ਮੈਂ ਉਹਨਾਂ ਦਾ ਟ੍ਰੀਟਮੈਂਟ ਇੱਥੋਂ ਕਰਵਾ ਰਿਹਾ, ਜਿਨ੍ਹਾਂ ਨੂੰ ਕਿ ਕਿਡਨੀ ਦੀ ਪ੍ਰੋਬਲਮ ਸੀ ਬਜ਼ੁਰਗਾਂ ਨੂੰ, ਸਹੁਰੇ ਨੂੰ ਮੇਰੇ ਨੂੰ। ਉਹਨਾਂ ਦੇ ਕ੍ਰਿਟਨਾਈਨ ਜਦੋਂ ਮੈਂ ਇੱਥੇ ਲੈ ਕੇ ਆਇਆ ਉਦੋਂ 12 ਸੀ, ਅੱਜ ਉਹ ਨਾਰਮਲ ਨੇ। ਲਗਾਤਾਰ ਟ੍ਰੀਟਮੈਂਟ ਉਹਨਾਂ ਦਾ ਚੱਲ ਰਿਹਾ। ਕਹਿਣਾ ਚਾਹੋਗੇ ਤੁਸੀਂ ਵੀ ਤੁਹਾਨੂੰ ਕੋਈ ਜ਼ਿਆਦਾ ਮੈਡੀਸਿਨਸ ਵੀ ਨਹੀਂ ਤੁਸੀਂ ਲਿੱਤੀਆਂ, ਸਿਰਫ ਪਲਾਂਟ ਦੀ ਇੰਸਟਰਕਸ਼ਨ ਜਿਹੜੀ ਇਹ ਇਲੈਕਟ੍ਰੋ ਹੋਮਿਓਪੈਥੀ ਯੂਜ਼ ਕਰ ਰਹੇ ਉਹੀ ਕਰ ਰਹੇ ਆ ਔਰ ਨੋ ਡਾਊਟ ਕਿ ਟਾਈਮ ਬਹੁਤ ਲੱਗ ਜਾਂਦਾ ਕਿਉਂਕਿ ਰਸ਼ ਬਹੁਤ ਜ਼ਿਆਦਾ ਹੁੰਦਾ, ਪਰ ਉਸ ਤੋਂ ਬਿਨਾਂ ਤੁਸੀਂ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਜੀ ਰਸ਼ ਤਾਂ ਹੈ, ਚਲੋ ਟਾਈਮ ਤਾਂ ਲੱਗਣਾ ਹੈ, ਸੰਤੁਸ਼ਟੀ ਤਾਂ ਹੈ ਨਾ ਵੀ ਦਵਾਈ ਲੈ ਕੇ ਜਾਂਦੇ ਆ, ਬਜ਼ੁਰਗ ਠੀਕ ਨੇ। ਇੱਕ ਵਾਰੀ ਉਹਨਾਂ ਨੂੰ ਮੈਂ ਇੱਥੇ ਲੈ ਕੇ ਆਇਆ, ਦੁਬਾਰਾ ਕਦੀ ਲੈ ਕੇ ਵੀ ਨਹੀਂ ਆਇਆ। ਉਸ ਤੋਂ ਬਾਅਦ ਮੈਡੀਸਿਨ ਹਾਂਜੀ ਮੈਡੀਸਨ ਆ ਕੇ ਲੈ ਜਾਂਦਾ, ਹਰ 15 ਦਿਨ ਬਾਅਦ ਆ ਕੇ ਮੈਡੀਸਨ ਲੈ ਜਾਂਦਾ। ਮੈਡੀਸਨ 'ਤੇ ਉਹਨਾਂ ਦੀ ਜੋ ਟ੍ਰੀਟਮੈਂਟ ਉਹ ਚੱਲੀ ਜਾ ਰਿਹਾ ਲਗਾਤਾਰ ਅਤੇ ਉਹ ਤੰਦਰੁਸਤ ਨੇ। ਮਤਲਬ ਕਿਡਨੀ ਫੇਲਰ ਹੁੰਦਾ ਇਹਨਾਂ ਦਾ ਕਾਰਨ ਕੀ ਸੀ? ਕਿਡਨੀ ਵਧਣ ਦਾ ਕੀ ਉਹ ਸ਼ੂਗਰ ਨਾਲ ਗ੍ਰਸਤ ਸੀਗੇ ਜਾਂ ਇੱਕਦਮ ਹੀ ਮਤਲਬ ਕਿਡਨੀਆਂ ਉੱਤੇ ਕੋਈ ਹੋਰ ਇਫੈਕਟ ਆ ਗਿਆ ਸੀ? ਉਹਨਾਂ ਨੂੰ ਪਹਿਲਾਂ ਪੈਰਾਲਾਈਜ਼ ਹੋਇਆ ਸੀ। ਤੁਹਾਨੂੰ ਪਤਾ ਕਿ ਪਿੰਡਾਂ ਦੇ ਪੁਰਾਣੇ ਬਜ਼ੁਰਗ ਆ ਜਿਹੜੇ ਉਹ ਕਿਸੇ ਦੀ ਗੱਲ ਨਹੀਂ ਮੰਨਦੇ। ਉਹਨਾਂ ਨੇ ਕਦੇ ਕਿਸੇ ਕੋਲੇ ਲੈ ਜਾਣਾ, ਕਦੇ ਕਿਸੇ ਕੋਲੇ ਜਾਣਾ, ਜਿਵੇਂ ਕਾਲਿਆਂ ਵਾਲੀ ਮੰਡੀ ਹੈ ਉੱਥੇ ਲੈ ਕੇ ਚਲੇ ਗਏ, ਹੋਰ ਦੱਸ ਪੈ ਗਈ ਜੀ ਫਲਾਨੀ ਜਗ੍ਹਾ ਲੈ ਜੋ ਉੱਥੇ ਚਲੇ ਗਏ। ਉਹ ਜਿਹੜੀਆਂ ਗਰਮ ਟ੍ਰੀਟਮੈਂਟ ਦਿੱਤੇ, ਤੇਜ਼ ਦਵਾਈਆਂ ਦਿੱਤੀਆਂ, ਉਹਨਾਂ ਦੀਆਂ ਕਿਡਨੀਆਂ ਦੀ ਪ੍ਰੋਬਲਮ ਆਈ ਅਤੇ ਬਾਅਦ 'ਚ ਉਹਨਾਂ ਨੂੰ ਮੈਨੂੰ ਇਹਨਾਂ ਤੋਂ ਟ੍ਰੀਟਮੈਂਟ ਚਾਲੂ ਕਰਨਾ ਪਿਆ। ਕੀ ਕਹਿਣਾ ਚਾਹੋਗੇ ਕਿ ਅੱਜ ਜਦੋਂ ਵੀ ਕਿਡਨੀ ਵਰਗੀ ਕੋਈ ਭਿਆਨਕ ਪ੍ਰੋਬਲਮ ਆਉਂਦੀ ਹੈ ਤਾਂ ਕਿਸੇ ਸਪੈਸ਼ਲਾਈਜ਼ਡ ਬੰਦੇ ਨੂੰ ਦੇਖ ਕੇ ਪਹਿਲਾਂ ਚੈੱਕ ਕਰਕੇ, ਜਿੱਦਾਂ ਕੁਲਦੀਪ ਦਾ ਪਰਿਵਾਰ ਜਿਹੜਾ ਜਿਨ੍ਹਾਂ ਨੇ ਸੇਵਾ ਕੀਤੀ ਸਾਰੀ ਜ਼ਿੰਦਗੀ ਔਰ ਕਿਡਨੀਆਂ ਦੇ ਰਿਜ਼ਲਟ ਦਿੱਤੇ ਆ, ਉਹ ਦੇਖ ਕੇ ਚੈੱਕ ਕਰਕੇ ਪਹਿਲਾਂ ਲੋਕਾਂ ਨਾਲ ਗੱਲਬਾਤ ਕਰਕੇ ਫਿਰ ਹੀ ਕਿਸੇ ਥਾਂ 'ਤੇ ਜਾਣ? ਹਾਂਜੀ ਹਾਂਜੀ, ਇਹਨਾਂ ਦਾ ਬਹੁਤ ਵਧੀਆ ਟ੍ਰੀਟਮੈਂਟ ਆ। ਜੋ ਰਿਜ਼ਲਟ ਇੱਥੋਂ ਮਿਲਿਆ ਉਹ ਕਿਤੋਂ ਹੋਰ ਨਹੀਂ ਮਿਲਿਆ। ਭੈਣ ਜੀ ਕੀ ਪ੍ਰੋਬਲਮ ਸੀਗੀ ਜਦੋਂ ਤੁਸੀਂ ਦੁੱਖ ਨਿਵਾਰਨ ਵਿਜ਼ਿਟ ਕੀਤਾ ਅਤੇ ਕੀ ਅੱਜ ਤੁਹਾਡਾ ਹਾਲ ਆ, ਕੀ ਕਹਿਣਾ ਚਾਹੋਗੇ? ਮੇਰੇ ਮਦਰ ਇਨ ਲॉ ਦੀਆਂ ਕਿਡਨੀ ਪ੍ਰੋਬਲਮ ਸੀਗੀ। ਹਫਤੇ 'ਚ 2 ਵਾਰ ਡਾਇਲਸਿਸ ਹੁੰਦੀ ਸੀਗੀ ਅਤੇ ਬਹੁਤ ਮਤਲਬ ਕਿ ਸੀਰੀਅਸ ਜੀ ਕੰਡੀਸ਼ਨ ਸੀ ਸਾਡੀ ਉਦੋਂ ਉਸ ਟਾਈਮ 'ਤੇ ਜਦ ਸਾਨੂੰ ਇੱਥੋਂ ਦਾ ਪਤਾ ਲੱਗਿਆ। ਅਤੇ ਬਸ ਉਹਨਾਂ ਨੇ ਕਿਹਾ ਸੀ ਹਫਤੇ 'ਚ 2 ਵਾਰ ਆ, ਉਸ ਤੋਂ ਬਾਅਦ ਡੇਲੀ ਹੋਇਆ ਕਰੂਗੀ। ਅਤੇ ਸਾਨੂੰ ਸਮਝ ਨਹੀਂ ਸੀ ਆਉਂਦਾ ਕਿ ਅਸੀਂ ਕਿੱਧਰ ਨੂੰ ਜਾਣਾ ਵਾ। ਹੁਣ ਸਾਨੂੰ ਇੱਦਾਂ ਹੀ ਦੱਸ ਪਈ ਦੁੱਖ ਨਿਵਾਰਨ ਦੀ। ਅਤੇ ਜਦ ਅਸੀਂ ਫਸਟ ਟਾਈਮ ਆਏ ਤਾਂ ਸਾਨੂੰ ਆਸ ਜੀ ਨਹੀਂ ਸੀ ਹੈਗੀ ਕਿ ਕੋਈ ਮਤਲਬ ਕਿ ਸਾਨੂੰ ਇੱਥੋਂ ਅਸੀਂ ਤੰਦਰੁਸਤ ਮੰਮਾ ਨੂੰ ਲੈ ਕੇ ਜਾਵਾਂਗੇ ਵਾਪਸ। ਇੱਥੇ ਆਏ, ਇਹਨਾਂ ਨੇ ਚੈੱਕਅਪ ਕੀਤਾ, ਬਹੁਤ ਵਧੀਆ ਟਰੀਟ ਕੀਤਾ ਸਾਨੂੰ। ਅਤੇ ਉਸ ਤੋਂ ਬਾਅਦ ਚੈੱਕਅਪ ਕਰਵਾਉਣ ਤੋਂ ਬਾਅਦ ਇਹਨਾਂ ਨੇ 15 ਦਿਨ ਦੀ ਸਾਨੂੰ ਮੈਡੀਸਨ ਦਿੱਤੀ। ਉਸ ਟਾਈਮ ਸਾਨੂੰ ਐਂ ਲੱਗਦਾ ਹੁੰਦਾ ਸੀ ਵੀ ਪਤਾ ਨਹੀਂ ਫ਼ਰਕ ਪਊਗਾ ਕਿ ਨਹੀਂ, ਕਿਉਂਕਿ ਅਸੀਂ ਇੰਨੇ ਟੁੱਟੇ ਹੋਏ ਸੀਗੇ। ਜਦ ਇੱਥੋਂ ਅਸੀਂ 15 ਦਿਨ ਦੀ ਮੈਡੀਸਨ ਲਗਾਇਆ ਤਾਂ ਹਫਤੇ ਦੇ ਵਿੱਚ ਹੀ ਮੰਮਾ ਨੂੰ ਮਤਲਬ ਕਿ ਸਾਨੂੰ ਡਾਇਲਸਿਸ ਕਰਾਉਣ ਦੀ ਲੋੜ ਨਹੀਂ ਪਈ, ਇੰਨਾ ਜ਼ਿਆਦਾ ਫ਼ਰਕ ਪਿਆ। ਅਸੀਂ 15 ਦਿਨ ਬਾਅਦ ਆਏ ਬਿਨਾਂ ਡਾਇਲਸਿਸ ਕਰਾਏ ਅਤੇ ਹੁਣ ਮੰਮਾ ਦੀ ਕਿਡਨੀ ਪ੍ਰੋਬਲਮ ਜਿਹੜੀ ਆ ਨੋਰਮਲ ਬਿਲਕੁਲ ਹੁੰਦੀ ਜਾ ਰਹੀ ਆ। ਸਿਰਫ 1.5% ਰਹਿ ਗਈ ਆ। ਆਮ ਦੁਨੀਆ ਵਾਂਗੂ ਨੋਰਮਲ ਖਾਂਦੇ ਪੀਂਦੇ ਸਭ ਕੁਛ। ਅਸੀਂ ਕਹਿੰਦੇ ਪਰਮਾਤਮਾ ਵਸਦਾ ਇਸ ਜਗ੍ਹਾ ਦੇ ਵਿੱਚ ਕਿ ਇੰਨਾ ਜ਼ਿਆਦਾ ਸਾਨੂੰ ਫ਼ਰਕ ਮਿਲਿਆ। ਅਤੇ ਅਸੀਂ ਹਰੇਕ ਨੂੰ ਇਹ ਟਰੀਟ ਕਰਦੇ ਹਾਂ ਕਿ ਤੁਸੀਂ ਇੱਥੇ ਆਓ, ਆਪਣਾ ਟਰੀਟਮੈਂਟ ਕਰਵਾਓ ਅਤੇ ਹਰੇਕ ਦੀ ਜਾਨ ਬਚ ਸਕਦੀ ਆ।
ਜਿਵੇਂ ਆਪਾਂ ਕਹਿੰਦੇ ਹਾਂ ਪ੍ਰਮਾਤਮਾ ਅੱਗੇ ਇੱਕ ਪਾਸੇ ਅਰਦਾਸ ਕਰਦੇ ਹਾਂ, ਦੂਸਰੇ ਪਾਸੇ ਡਾਕਟਰ ਸਾਹਿਬ ਵੀ ਇੰਨੇ ਵਧੀਆ ਨੇ, ਇੰਨੇ ਵਧੀਆ ਢੰਗ ਨਾਲ ਆਪਾਂ ਨੂੰ ਦੇਖਦੇ ਨੇ ਕਿ ਹਰੇਕ ਜਗ੍ਹਾ 'ਤੇ ਕੋਈ ਵੀ ਆਪਾਂ ਜਾਂਦੇ ਹਾਂ ਅਤੇ ਇੰਨੀ ਤਸੱਲੀ ਬਖਸ਼ ਨਹੀਂ ਮਿਲਦਾ ਜਿੰਨਾ ਸਾਨੂੰ ਇੱਥੋਂ ਮਿਲਿਆ। ਜਿਵੇਂ ਆਪਾਂ ਕਹਿੰਦੇ 100% 'ਚ 100, ਸਾਨੂੰ 100 ਦੇ ਵਿੱਚ ਜਿਵੇਂ 150% ਅਸੀਂ ਕਹਿ ਸਕਦੇ ਹਾਂ, ਸਾਨੂੰ 100 'ਚ 150% ਮਿਲਿਆ, ਇੰਨਾ ਵਧੀਆ ਜ਼ਿਆਦਾ। ਤੁਸੀਂ ਕਿਹੜੀ ਜਗ੍ਹਾ ਤੋਂ ਭੈਣ ਜੀ ਆਏ, ਇੱਥੇ ਬਿਲੋਂਗ ਕਰਦੇ ਹੋ? ਅਸੀਂ ਲੁਧਿਆਣੇ ਤੋਂ, ਪਿੰਡ ਭੋਲੇਵਾਲ ਕਦੀਮ। ਹਾਂਜੀ, ਇੱਥੋਂ ਦੀ ਦੱਸ ਕਿੱਦਾਂ ਪਈ ਸੀ ਤੁਹਾਨੂੰ ਉਦੋਂ? ਸਾਡੇ ਰਿਲੇਟਿਵ ਸੀਗੇ, ਉਹਨਾਂ ਨੂੰ ਪ੍ਰੋਬਲਮ ਸੀ, ਉਹਨਾਂ ਦੀ ਵੀ ਇੱਦਾਂ ਹੀ ਹਫ਼ਤੇ 'ਚ 2 ਵਾਰ ਡਾਇਲਸਿਸ ਹੁੰਦੀ ਸੀ, ਬਟ ਉਹਨਾਂ ਨੂੰ ਤਾਂ ਉਹ ਕਹਿੰਦੇ ਸੀ ਕਿ ਸਾਨੂੰ 1 ਵਾਰ ਡਾਇਲਸਿਸ ਕਰਾਉਣੀ ਪਈ ਆ, ਅਤੇ ਪ੍ਰਮਾਤਮਾ ਦਾ ਸ਼ੁਕਰ ਆ ਕਿ ਸਾਨੂੰ 1 ਵਾਰ ਵੀ ਜੋ ਅਸੀਂ ਆਏ ਹਾਂ ਸਾਨੂੰ ਇੱਥੇ ਆਣ ਕੇ 1 ਵਾਰ ਵੀ ਡਾਇਲਸਿਸ ਕਰਾਉਣ ਦੀ ਲੋੜ ਨਹੀਂ ਪਈ ਹੈਗੀ। ਸਾਰਾ ਘਰ ਨਾਰਮਲ ਹੈਗਾ? ਔਰ ਬਿਲਕੁਲ ਨਾਰਮਲ। ਮਦਰ ਇਨ ਲਾਅ ਨਾਲ ਆਏ ਆ ਅਸੀਂ, ਮੇਰੇ ਬੇਟੀ ਆ ਨਾਲ ਛੋਟੀ ਜੀ, ਅਤੇ ਆਉਂਦੇ ਹਾਂ ਮੈਡੀਸਨ ਚੈੱਕਅਪ ਕਰਾਉਂਦੇ ਹਾਂ, ਲੈਂਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ। ਅਤੇ ਜਿਵੇਂ ਜਿਵੇਂ ਫਰਕ ਪੈ ਗਿਆ ਤਾਂ ਹੁਣ ਮੈਡੀਸਨ ਉਵੇਂ ਉਵੇਂ ਘੱਟ ਜਾਣੀ ਹੈ। ਬਿਲਕੁਲ ਦਰਸ਼ਕੋ, ਅਸੀਂ ਤੁਹਾਡੇ ਨਾਲ ਦਿਖਾ ਰਹੇ ਤੁਹਾਨੂੰ ਭੈਣ ਜੀ ਦੇ ਮਦਰ ਇਨ ਲਾਅ ਵੀ ਦਿਖਾਵਾਂਗੇ ਤੁਹਾਨੂੰ। ਦਰਸ਼ਕੋ, ਹੁਣ ਅਸੀਂ ਮੌਜੂਦ ਹਾਂ ਇੱਕ ਹੋਰ ਪੇਸ਼ੈਂਟ ਦੇ ਨਾਲ ਜਿਨ੍ਹਾਂ ਦਾ ਇਲਾਜ ਡਾਕਟਰ ਸਾਹਿਬ ਨੇ ਕੇਵਲ ਇਲਾਜ ਹੀ ਨਹੀਂ ਕੀਤਾ ਬਲਕਿ ਉਹਨਾਂ ਦੀ ਮੋਰਲ ਸਪੋਰਟ ਬਹੁਤ ਵੱਡੀ ਕੀਤੀ ਆ। ਬਾਬਾ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ ਦੇ ਵਿੱਚ। ਕੀ ਕਹਿਣਾ ਚਾਹੋਗੇ ਕਿ ਕਿੱਦਾਂ ਦਾ ਐਟਮੋਸਫੀਅਰ ਹੈ ਇੱਥੇ? ਅਸੀਂ ਹੋਮੋਪੈਥਿਕ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ 'ਚ ਤੁਸੀਂ ਬੈਠੇ ਹੋ ਡਾਕਟਰ ਕੁਲਦੀਪ ਦੇ, ਜਿੱਥੇ ਕਿ ਆਪਾਂ ਦੇਖ ਰਹੇ ਹਾਂ ਕਿ ਬੇਟੀ ਨੇ ਉਹੀ ਰੂਪ ਧਾਰਿਆ ਹੋਇਆ ਹੈ ਸ਼ੇਰ ਵਾਲਾ, ਔਰ ਉਸੇ ਤਰੀਕੇ ਨਾਲ ਆਪਾਂ ਦੇਖ ਰਹੇ ਹਾਂ ਕਿ OPD ਪੂਰੀ ਭਰੀ ਵੀ ਹੈ, ਔਰ ਪੇਸ਼ੈਂਟਸ ਆ ਜਿਹੜੇ ਬੜੀ ਦੂਰੋਂ ਦੂਰੋਂ ਆ ਰਹੇ ਨੇ, ਕਾਰਾਂ ਬਾਹਰ ਪੂਰੀਆਂ ਖੜੀਆਂ ਹੋਈਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ, ਕਿਵੇਂ ਤੁਹਾਨੂੰ ਪ੍ਰੋਬਲਮ ਆਈ ਤੇ ਕਿਵੇਂ ਇਸ ਪਰਿਵਾਰ ਨੇ ਤੁਹਾਡੀ ਹੈਲਪ ਕੀਤੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਡਾਕਟਰ ਸਾਹਿਬ ਨੇ ਇੰਨੀ ਕੁ ਮਦਦ ਕੀਤੀ ਵੀ ਮੈਂ ਕੋਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਮੈਂ ਤਾਂ ਪਹਿਲੇ ਹੀ ਨਾਨਕਸਰ ਸਿਫਤੀ ਦੇ ਘਰ ਦੇ ਵਿੱਚ ਆਪਣਾ ਟਾਈਮ ਪਾਸ ਕਰਦਾ ਸੀ, ਤੇ ਮੈਨੂੰ ਸਵੇਰੇ 3 ਵਜੇ ਉੱਠਦੇ ਨੂੰ ਅਧਰੰਗ ਦਾ ਅਟੈਕ ਹੋ ਗਿਆ। ਉਸ ਤੋਂ ਬਾਅਦ ਮੇਰੀ ਲਾਈਫ ਬਹੁਤ ਖਰਾਬ ਹੋ ਗਈ, ਤੇ ਮੇਰੇ ਬਾਬਾ ਜੀ ਜੋ ਸੁਖਮਨੀ ਸਾਹਿਬ ਠਾਠ 'ਚ ਨਾਨਕਸਰ ਸੀ, ਉਹ ਆਏ। ਉਹਨੇ ਕਿਹਾ ਵੀ ਤੂੰ ਆਪਣਾ ਇਲਾਜ ਕਰਾਉਣਾ ਜ਼ਰੂਰੀ ਆ, ਤੇ ਤੂੰ ਕਾਰ 'ਚ ਬੈਠ ਤੇ ਚੱਲ। ਮੈਂ ਕਿਹਾ ਬਾਬਾ ਜੀ, ਤੇ ਮੈਨੂੰ ਜਦ ਮਾਲਕ ਨੇ ਦੁੱਖ ਦਿੱਤਾ ਇੱਥੇ ਡਿਊਟੀ ਦਿੰਦੇ ਨੂੰ, ਤੇ ਮੈਂ ਸੱਚਖੰਡ ਵਿੱਚ ਬਾਬਾ ਜੀ ਦੇ ਦਰਬਾਰ 'ਤੇ ਡਿਊਟੀ ਦਿੰਦਾ। ਮੇਰਾ ਸੰਪਟ ਖੰਡ ਪੱਠਾਂ 'ਚ 4 ਤੋਂ 6 ਦੀ ਰੌਲ ਸੀ, ਤੇ ਮੈਨੂੰ ਇਹ ਕੰਮ ਹੋਇਆ ਮੈਂ ਦਵਾਈ ਲੈਣ ਨਹੀਂ ਜਾਣਾ। ਤੇ ਬਾਬਾ ਜੀ ਨੇ ਮੈਨੂੰ ਇਸ ਚੀਜ਼ ਦਾ ਵਿਸ਼ਵਾਸ ਦਿਵਾਇਆ ਕਿ ਤੇਰੇ ਤੋਂ ਬਾਬਾ ਜੀ ਨੇ, ਗੁਰੂ ਨਾਨਕ ਦੇਵ ਜੀ ਦੇ, ਬਾਬਾ ਨਾਨਕ ਸਿੰਘ ਜੀ ਨੇ ਸੇਵਾ ਲੈਣੀ ਆ, ਤੇ ਤੂੰ ਜਾ ਕੇ ਤੈਨੂੰ ਉਸ ਥਾਂ ਭੇਜਾਂਗੇ ਵੀ ਜਿੱਥੇ ਤੂੰ ਬਹੁਤ ਛੇਤੀ ਠੀਕ ਹੋ ਜਾਏਗਾ। ਤੇ ਮੈਂ ਕਿਹਾ ਠੀਕ ਹੈ, ਤੁਹਾਡੀ ਮਰਜ਼ੀ ਆ। ਬਾਬਾ ਜੀ ਬਲਵੰਤ ਸਿੰਘ ਜੀ ਨੇ ਆਪਣੀ ਗੱਡੀ 'ਚ ਮੈਨੂੰ ਬਿਠਾ ਕੇ ਤਾਂ ਭੇਜ ਦਿੱਤਾ। ਮੇਰਾ ਨਾਲ ਮੇਰੀ ਲੜਕੀ ਤੇ ਮੇਰਾ ਜਵਾਈ ਸੀ। ਲੜਕਾ ਮੇਰਾ ਪਹੁੰਚ ਨਹੀਂ ਸਕਿਆ, ਇੱਕੋ ਹੀ ਮੇਰਾ ਲੜਕਾ ਸੀ। ਮੈਂ ਆ ਗਿਆ ਇੱਥੇ, ਡਾਕਟਰ ਸਾਹਿਬ ਨੂੰ ਮਿਲਿਆ। ਡਾਕਟਰ ਸਾਹਿਬ ਨੇ ਮੈਨੂੰ ਦੇਖਦਿਆਂ ਹੀ ਬਹੁਤ ਮੇਰੀ ਸੇਵਾ ਕੀਤੀ, ਔਰ ਇੱਥੇ ਤਾਈ ਕਿ ਮੇਰੇ ਨਾਲ ਇੰਨਾ ਆਪਣੀ ਹਿੱਤ ਜਾਗਾਇਆ ਵੀ ਤੈਨੂੰ ਬਾਬਾ ਜੀ ਵਿਚਾਰਾ ਨਹੀਂ, ਤੈਨੂੰ ਕੁਛ ਨਹੀਂ ਹੋਇਆ, ਤੂੰ ਠੀਕ ਹੋ ਜਾਣਾ ਹੁਣੇ, 2-4 ਦਿਨਾਂ 'ਚ ਹੀ ਠੀਕ ਹੋ ਜਾਣਾ। ਚਲੋ ਮੈਂ ਦਵਾਈ ਲਈ ਚਲ ਗਿਆ। ਜਦੋਂ ਸਾਧ ਸੰਗਤ ਜੀ ਮੈਂ ਰਾਤ ਪਿਆ, ਮੈਨੂੰ ਅਟੈਕ ਹੋਇਆ, ਮੈਂ ਬੋਲੀ ਜਾਂਦਾ, ਮੈਨੂੰ ਕੋਈ ਪਤਾ ਨਹੀਂ ਆਪਣੇ ਆਪ ਦਾ। ਰਾਤ ਮੈਂ 12 ਵਜੇ ਮੇਰਾ ਅਟੈਕ ਟੁੱਟ ਗਿਆ। ਸਵੇਰੇ ਜਦੋਂ ਮੈਂ ਉੱਠਿਆ, ਜਦ ਮੈਂ ਦੇਖਦਾ ਤੇ ਮੇਰੇ ਸਰੀਰ ਦੀ ਨਾ ਇੱਕ ਲੱਤ ਚੱਲਦੀ, ਨਾ ਬਾਂਹ ਚੱਲਦੀ ਆ, ਤੇ ਮੈਂ ਬੜਾ ਪਰੇਸ਼ਾਨ ਜਿਹਾ ਹੋਇਆ। ਖੀਰ ਚਲੋ ਮੈਂ ਬੇਨਤੀਆਂ ਕੀਤੀਆਂ, ਬਾਬਾ ਜੀ ਮੈਂ ਤਾਂ ਇੱਥੇ ਡਿਊਟੀ ਦਿੰਦਾ, ਮੇਰੇ ਨਾਲ ਕਿਹਾ ਹੀ ਭੜਾ ਵਰਤਾਇਆ। ਠੀਕ, ਜੋ ਮੈਂ ਆਪਣੀਆਂ ਵੀ ਗਲਤੀਆਂ ਸੀ, ਮੈਨੂੰ ਉਹਦੀ ਸਜ਼ਾ ਮਹਿਸੂਸ ਹੋਈ। ਮੈਂ ਥੋੜ੍ਹੇ ਦਿਨਾਂ 'ਚ ਹੀ 20 ਦਿਨਾਂ 'ਚ ਹੀ ਕਿ ਮੇਰੇ ਗੁਰਦੇ ਵੀ ਖਤਮ ਸੀ, ਸਰੀਰ 'ਚ ਬਹੁਤ ਜ਼ਿਆਦਾ ਕਮਜ਼ੋਰੀ ਸੀ, ਪਰ ਮੈਂ ਕੰਧ ਨੂੰ ਫੜ ਕੇ ਤੁਰਨ ਲੱਗ ਪਿਆ। ਤੇ ਡਾਕਟਰ ਕੁਲਦੀਪ ਸਿੰਘ ਨੇ ਬਹੁਤ
ਹੀ ਮੇਰੀ ਮਦਦ ਕੀਤੀ ਤੇ ਮੈਨੂੰ ਇੱਥੇ ਤੱਕ ਹੌਸਲਾ ਦਿੱਤਾ ਕਿ ਤੁਸੀਂ ਜਦੋਂ ਮਰਜ਼ੀ ਵੀ ਆ ਸਕਦੇ ਆ, ਦਵਾਈ ਨਹੀਂ ਟੁੱਟਣ ਦੇਣੀ। ਤੁਹਾਨੂੰ ਮੈਂ 18 ਸਾਲ ਦੀ ਏਜ ਵਰਗਾ ਬਣਾ ਦਾਂਗਾ। ਤੇ ਮੇਰੀ ਇਸੇ ਹਿਸਾਬ ਨਾਲ 2.5 ਸਾਲ ਹੋ ਗਿਆ ਇਲਾਜ ਚੱਲਦੇ ਨੂੰ। ਮੈਂ ਇੱਥੋਂ ਦਵਾਈ ਲਿਜਾਨਾ ਆ। ਇਸ ਪਰਿਵਾਰ ਨਾਲ ਮੇਰਾ ਇੰਨਾ ਕੁ ਪਿਆਰ ਹੋ ਗਿਆ ਸਾਧ ਸੰਗਤ ਜੀ ਕਿ ਬਹੁਤ ਗੱਲਾਂ ਕਰਾਂਗਾ। ਤੇ ਜੇ ਚੈਨਲ ਦੇ ਉੱਤੇ ਇਹ ਮੇਰੇ ਵੀਰ ਬੈਠੇ ਆ, ਇਹ ਕਹਿਣਗੇ ਵੀ ਟਾਈਮ ਬਹੁਤ ਆ, ਫਿਰ ਕਿਤੇ ਟਾਈਮ ਮਿਲਿਆ ਤਾਂ ਕਰਾਂਗਾ। ਲੇਕਿਨ ਜਦੋਂ ਡਾਕਟਰ ਸਾਹਿਬ ਜੀ ਦੀ ਡੈਥ ਹੁੰਦੀ ਆ, ਮੈਂ ਆਨਾ ਇਸ ਹਸਪੀਟਲ 'ਚ ਤੇ ਮੇਰੇ ਮਨ 'ਤੇ ਬੜਾ ਇਹ ਚੀਜ਼ ਦਾ ਸਦਮਾ ਹੋਇਆ। ਪਰ ਇਸ ਲੜਕੀ ਨੇ, ਇਹਨਾਂ ਦੇ ਲੜਕੇ ਨੇ ਔਰ ਜਿਹੜੀ ਭੈਣ ਜੀ ਆ, ਇਹਨੇ ਮੈਨੂੰ ਇੰਨਾ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਤੁਸੀਂ ਦਵਾਈ ਉੱਦੇ ਹੀ ਖੜੋ, ਆਇਆ ਕਰੋ, ਤੁਹਾਡਾ ਪੂਰਾ ਸਤਿਕਾਰ ਮਾਣ ਕਰਾਂਗੇ। ਤੇ ਮੇਰੀ ਇਹ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹੋ ਜਿਹੇ ਇਨਸਾਨ ਹੋਣ ਤੇ ਫਿਰ ਦੁਨੀਆ ਦੇ ਉੱਤੇ ਉਹਨਾਂ ਦਾ ਕੋਈ ਇਨਸਾਫ ਨਾ ਹੋਵੇ ਤੇ ਬਹੁਤ ਮਾੜੀ ਘਟੀਆ ਗੱਲ ਹੈ। ਤੇ ਅਸੀਂ ਤਾਂ ਇਸ ਚੀਜ਼ ਨੂੰ ਕਹਿੰਦੇ ਆ, ਬਾਬਾ ਨਾਨਕ ਦੇ ਚਰਨਾਂ 'ਚ ਵੀ ਬੇਨਤੀ ਕਰਦੇ ਆ, ਸਾਧ ਸੰਗਤ ਅੱਗੇ ਵੀ ਚਾਹੁੰਦੇ ਆ ਕਿ ਮੈਂ ਨਾਨਕਸਰ ਵੀ ਸੱਚ ਵੀ ਇੱਕ ਆਪਣੀ ਬਤੌਰੇ ਸੇਵਕ ਬਾਬਾ ਜੀ ਨਾਨਕ ਸਿੰਘ ਜੀ ਦਾ, ਗੁਰੂ ਨਾਨਕ ਦੇਵ ਜੀ ਦਾ ਝਾੜੂ ਮੁਖਦਾਰ ਸੇਵਾਦਾਰ ਸਮਝ ਕੇ ਆਪਣੀ ਡਿਊਟੀ ਦਿੰਦਾ ਸੀ। ਹੁਣ ਉਸ ਤੋਂ ਉਪਰੰਤ ਬਾਅਦ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਜਿਹੜਾ ਇਲਾਜ ਆ ਇਹ ਸਿਰਫ ਤੇ ਸਿਰਫ ਇਹ ਇੱਥੋਂ ਚੱਲਣਾ ਆ, ਮੈਂ ਆਪਣਾ ਇਲਾਜ ਦੂਰੋਂ ਆ ਕੇ ਨਹੀਂ ਕਰਾ ਸਕਦਾ। ਤੇ ਸਾਧ ਸੰਗਤ ਜੀ, ਮੈਂ ਮੋਗੇ ਦੇ ਵਿੱਚ ਦੋਨਾ ਨਗਰ 'ਚ ਕਬਰਾਂ ਲੈ ਕੇ ਕਿਰਾਏ ਤੇ ਉੱਥੇ ਮੈਂ 5 ਸੁਖਮਨੀ ਸਾਹਿਬ ਦੇ ਰੋਜ਼ਾਨਾ ਪਾਠ ਸਰਬੱਤ ਦੇ ਭਲੇ ਲਈ ਕਰਦਾ ਤੇ ਨਿਤਨੇਮ ਕਰਦਾ। ਇਹ ਮੇਰਾ ਜੀਵਨ ਆ। ਇੱਥੇ ਆਉਣਾ ਆ, ਇਹ ਲੜਕੀ ਸਾਰਾ ਪਰਿਵਾਰ ਬਹੁਤ ਮੇਰਾ ਸਹਿਯੋਗ ਦਿੰਦੇ ਆ। ਮੈਨੂੰ ਕਹਿੰਦੇ ਬਾਬਾ ਜੀ ਕਿਸੇ ਵੀ ਚੀਜ਼ ਦੀ ਜਾਂ ਕੋਈ ਵੀ ਜ਼ਰੂਰਤ ਆ ਸਾਨੂੰ ਦੱਸੋ। ਤੇ ਇਸ ਤਰ੍ਹਾਂ ਮੇਰਾ ਜੀਵਨ ਬਹੁਤ ਵਧੀਆ ਨਿਕਲ ਰਿਹਾ ਆ। ਇਸ ਛੋਟਾ ਜਿਹਾ ਬੂਟਾ ਜਿਹੜਾ ਡਾਕਟਰ ਕੁਲਦੀਪ ਜੀ ਨੇ ਲਗਾਇਆ ਸੀ, ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ ਅਸੀਂ ਦੇਖ ਸਕਦੇ ਹਾਂ ਕਿ ਓਪੀਡੀ ਦੀ ਫੁੱਲਨੈਸ ਔਰ ਬਾਹਰ ਪੇਸ਼ੈਂਟ ਖੜੇ ਹੋਏ ਨੇ, ਗੱਡੀਆਂ ਦਾ ਤਾਂਤਾ ਲੱਗਿਆ, ਦੂਰੋਂ ਪੇਸ਼ੈਂਟ ਆਏ ਨੇ। ਔਰ ਜਿੱਦਾਂ ਅਸੀਂ ਪੇਸ਼ੈਂਟਸ ਦੇ ਨਾਲ ਗੱਲ ਕੀਤੀ, 3 ਪੇਸ਼ੈਂਟ ਸਾਡੇ ਨਾਲ ਗੱਲਬਾਤ ਕਰਕੇ ਗਏ ਨੇ, 2 ਦਾ ਕਿਡਨੀ ਵਾਲੇ ਗੱਲ ਕਰਕੇ ਗਏ ਨੇ ਜਿਨ੍ਹਾਂ ਦਾ ਬਹੁਤ ਕ੍ਰਿਟੀਕਲ ਸਟੇਜਿਸ ਸੀਗੀਆਂ, ਔਰ ਇੱਕ ਪੈਰਾਲਾਈਜ਼ ਵਾਲੇ ਨੇ ਸਾਡੇ ਨਾਲ ਗੱਲ ਕੀਤੀ। ਕੀ ਕਹਿਣਾ ਚਾਹੋਗੇ ਕਿ ਜੋ ਉਹਨਾਂ ਨੇ ਸਟਾਰਟਿੰਗ ਕੀਤੀ ਸੀਗੀ ਉਹ ਉਸੇ ਤਰੀਕੇ ਨਾਲ ਚੱਲ ਰਹੀ ਹੈ, ਔਰ ਦੁੱਖ ਨਿਵਾਰਨ ਅੱਜ ਵੀ ਲੋਕਾਂ ਦਾ ਦੁੱਖਾਂ ਨੂੰ ਉਦੋਂ ਹੀ ਨਿਵਾਰਨ ਦੇ ਰਿਹਾ ਹੈਗਾ, ਔਰ ਉਸੇ ਤਰੀਕੇ ਨਾਲ ਸੇਵਾ ਹੋ ਰਹੀ ਹੈ। ਸਵੇਰ 10 ਵਜੇ ਤੋਂ ਲਾ ਕੇ ਸ਼ਾਮ ਤੱਕ ਪੇਸ਼ੈਂਟ ਦਾ ਜਿਹੜਾ ਹੈਗਾ ਇੱਥੇ ਰਸ਼ ਰਹਿੰਦਾ ਹੈਗਾ, ਔਰ ਉਸੇ ਤਰੀਕੇ ਦੇ ਨਾਲ ਇਲੈਕਟ੍ਰੋਹੋਮੋਪੈਥੀ ਦੀਆਂ ਜਿਹੜੀਆਂ ਮੈਡੀਸਨ ਜਾਂ ਜੋ ਸਟ੍ਰਕਸ਼ਨਸ ਹੈਗੀਆਂ ਪਲਾਂਟਸ ਦੀਆਂ, ਉਹਨਾਂ ਦੇ ਨਾਲ ਇਲਾਜ ਕਰਕੇ ਅੱਜ ਤੁਸੀਂ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹੋ। ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ, ਇਹ ਡਾਕਟਰ ਕੁਲਦੀਪ ਜਿਹੜੇ ਸਾਡੇ ਡੈਡੀ ਨੋ ਡਾਊਟ ਉਹ ਸਾਡੇ ਨਾਲ ਅੱਜ ਨਹੀਂ ਹਨ, ਬਟ ਜੋ ਅਸੀਂ ਅੱਜ ਪੇਸ਼ੈਂਟ ਦੇਖ ਰਹੇ ਹਾਂ, ਬਟ ਸਾਨੂੰ ਪੂਰਾ ਲੱਗਦਾ ਕਿ ਉਹ ਸਾਡਾ ਪੂਰਾ ਸਾਥ ਦੇ ਰਹੇ ਨੇ। ਅਸੀਂ ਆਪਣੀਆਂ ਨਵੀਆਂ ਜੋ ਬੂਟਾ ਲਗਾ ਕੇ ਗਏ, ਅਸੀਂ ਖੁਦ ਦੀ ਐਕਸਟ੍ਰੈਕਸ਼ਨਸ ਦਵਾਈਆਂ ਅਸੀਂ ਖੁਦ ਪ੍ਰਪੇਅਰ ਕਰ ਰਹੇ ਹਾਂ। ਬਹੁਤ ਹੱਦ ਤੱਕ ਅਸੀਂ ਦਵਾਈਆਂ ਆਪਣੇ ਆਪ ਪ੍ਰਪੇਅਰ ਕਰ ਰਹੇ ਹਾਂ, ਜਿਸ ਕਰਕੇ ਸਾਨੂੰ ਬਹੁਤ ਰਿਜ਼ਲਟ ਅੱਛੇ ਮਿਲ ਰਹੇ ਨੇ। ਅਸੀਂ ਬਾਹਰੋਂ ਪ੍ਰੈਫਰ ਨਹੀਂ ਕਰਦੇ ਮੈਡੀਸਨ ਲੈਣਾ, ਬਟ ਕੁਝ ਹੁੰਦੇ ਆ ਜਿਹੜੇ ਪਲਾਂਟਸ ਵਗੈਰਾ ਨਹੀਂ ਮਿਲਦੇ, ਉਹ ਪ੍ਰਪੇਅਰ ਕਰਕੇ ਅਸੀਂ ਪੇਸ਼ੈਂਟਸ ਨੂੰ ਦੇ ਰਹੇ ਹਾਂ, ਜਿਸ ਕਰਕੇ ਸਾਨੂੰ ਬਹੁਤ ਅੱਛੇ ਰਿਜ਼ਲਟਸ ਮਿਲ ਰਹੇ ਨੇ। ਭਾਜੀ ਕੀ ਕਹਿਣਾ ਚਾਹੋਗੇ ਕਿ ਕ੍ਰਿਟੀਕਲ ਪੇਸ਼ੈਂਟ ਤੁਹਾਡੇ ਕੋਲ ਲੋਕ ਲੈ ਕੇ ਆਉਂਦੇ ਆ, ਅਗਰ ਉਹ ਥੋੜਾ ਜਿਹਾ ਅਰਲੀ ਸਟੇਜ 'ਚ ਵੀ ਆ ਜਾਣ ਤਾਂ ਹੋਰ ਵੀ ਆਸਾਨ ਹੋ ਜਾਂਦਾ ਕੰਮ, ਕਿਉਂਕਿ ਲੋਕ ਜਦੋਂ ਬਿਲਕੁਲ ਹਰੇਕ ਥਾਂ ਤੋਂ ਜਵਾਬ ਮਿਲਦਾ ਉਦੋਂ ਕਹਿੰਦੇ ਵੀ ਡਾਕਟਰ ਕੁਲਦੀਪ ਕੋਲ ਲੈ ਜਾਓ, ਚਾਹੇ ਉਹ ਦਿੱਲੀ ਤੋਂ ਆਉਂਦੇ, ਚਾਹੇ ਉਹ ਮਦਰਾਸ ਤੋਂ ਆਉਂਦੇ, ਚਾਹੇ ਕਲਕੱਤਾ ਤੋਂ ਆਉਂਦੇ ਹੈਗੇ, ਚਾਹੇ ਉਹ ਕਿਸੇ ਵੀ ਵਰਲਡ ਦੇ ਹਿੱਸਿਆਂ ਦੇ ਵਿੱਚੋਂ ਆਉਂਦੇ ਆ। ਈਵਨ ਫੋਰਨ ਦੇ ਵਿੱਚ ਵੀ ਹੁਣ ਜਿਹੜਾ ਹੈਗਾ ਇਹ ਨਾਮ ਜਿਹੜਾ ਡਾਕਟਰ ਕੁਲਦੀਪ ਦਾ ਇਲੈਕਟ੍ਰੋਹੋਮੋਪੈਥੀ ਦਾ ਦੁੱਖ ਨਿਵਾਰਨ ਦਾ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਆ ਜਾਣ ਰਹੇ ਨੇ, ਔਰ ਗਾਂ ਦੀਆਂ ਚੇਨ ਬਹੁਤ ਵੱਡੀ ਬਣੀ ਜਾਂਦੀ। ਬਿਲਕੁਲ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ। ਜਦੋਂ ਲੋਕ ਆਪਣਾ ਬਹੁਤ ਜ਼ਿਆਦਾ ਸਰੀਰ ਦਾ ਨੁਕਸਾਨ, ਮਾਲੀ ਨੁਕਸਾਨ ਤਾਂ ਕਰਵਾਉਂਦੇ ਆ, ਸਰੀਰ ਦਾ ਨੁਕਸਾਨ ਕਰ ਚੁੱਕੇ ਹੁੰਦੇ ਆ, ਉਦੋਂ ਡਾਕਟਰ ਕੁਲਦੀਪ ਦੀ ਯਾਦ ਆਉਂਦੀ ਹੈ ਕਿ ਅਸੀਂ ਡਾਕਟਰ ਕੁਲਦੀਪ ਕੋਲੇ ਚੱਲੀਏ ਕਿ ਉਹ ਇੱਕ ਸਾਨੂੰ ਰੱਬ ਬਣ ਕੇ ਬਚਾਉਣਗੇ। ਪਰ ਅਸੀਂ ਫਿਰ ਵੀ ਬਹੁਤ ਹੱਦ ਤੱਕ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਇਲਾਜ ਦਈਏ ਅਤੇ ਉਹਨਾਂ ਨੂੰ ਬਚਾਈਏ, ਬਟ ਸਮ ਟਾਈਮਸ ਪੇਸ਼ੈਂਟ ਇੰਨੀ ਕਿ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚ ਆਉਂਦਾ ਹੈ, ਉਹਨੂੰ ਕੋਸ਼ਿਸ਼ ਕਰਦੇ ਹਾਂ। ਹੁਣ ਇੱਕ ਗੱਲ ਸੁਣਾਉਂਦੀ ਹਾਂ ਤੁਹਾਨੂੰ, ਮੇਰੇ ਕੋਲ ਐਂਬੂਲੈਂਸ ਦੇ ਵਿੱਚ ਪੇਸ਼ੈਂਟ ਆਇਆ,
ਲੁਧਿਆਣਾ ਤੋਂ ਉਹਨਾਂ ਨੂੰ ਪਹਿਲਾਂ ਲੁਧਿਆਣਾ ਡੀਐਮਸੀ ਵਾਲਿਆਂ ਨੇ 1.5 ਮਹੀਨਾ ਐਡਮਿਟ ਕੀਤਾ। ਫਿਰ ਉਹ ਐਡਮਿਟ ਤੋਂ ਪੀਜੀਆਈ ਚਲੇ ਗਏ, ਉੱਥੇ ਉਹਨਾਂ ਨੂੰ 10-15 ਦਿਨ ਰੱਖਿਆ। ਫਿਰ ਉਹ ਕਹਿੰਦੇ ਤੁਸੀਂ ਲੈ ਜਾਓ ਕਿ ਸੇਵਾ ਕਰ ਲਓ। ਬਟ ਉਹ ਸਾਡੇ ਕੋਲੇ ਆਇਆ ਇੱਥੇ ਕਿ ਆਪਾਂ ਐਂਬੂਲੈਂਸ ਦੇ ਵਿੱਚ ਹੀ ਚੈੱਕ ਕੀਤਾ, ਉਸ ਬੰਦੇ ਨੂੰ ਯੂਰਨ ਨਹੀਂ ਪਾਸ ਹੋ ਰਿਹਾ ਸੀਗਾ। ਆਪਾਂ ਮੈਡੀਸਨ ਦਿੱਤੀ। ਮੈਂ ਉਹਨਾਂ ਨੂੰ ਕਿਹਾ ਕਿ ਬਈ ਤੁਸੀਂ ਕਲੋਨੀ ਕਿ ਤੁਸੀਂ ਚਲੇ ਜਾਓ, ਜੇ ਤਾਂ ਯੂਰਨ ਪਾਸ ਹੋ ਗਿਆ ਤੁਸੀਂ ਵਾਪਸ ਆ ਜਿਓ। ਉਹ ਇੱਥੇ ਕਲੋਨੀ ਦਾ ਗੇਟ ਨਿਕਲੇ, ਉਹਨੂੰ ਯੂਰਨ ਪਾਸ ਹੋ ਗਿਆ, ਉਹ ਵਾਪਸ ਆ ਗਏ, ਕਹਿੰਦੇ ਸਾਡਾ ਬੰਦਾ ਬਚਾ ਦਿਓ। ਆਪਾਂ ਉਹਨਾਂ ਨੂੰ ਮੈਡੀਸਨ ਦਿੱਤੀ, ਉਹ ਕਿਡਨੀ ਪੇਸ਼ੈਂਟ ਨਾਲ ਜੌਂਡਿਸ ਬਹੁਤ ਕੁਛ ਸੀ ਉਹਨੂੰ, ਹੈ ਨਾ। ਆਪਾਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਆਪਾਂ ਨੂੰ ਦਵਾਈ ਦਿੱਤੀ ਕਿ ਮੈਂ ਕਿਹਾ ਤੁਸੀਂ ਮੈਨੂੰ ਐਵਰੀ 2 ਡੇਜ਼ ਮੈਨੂੰ ਚੈੱਕ ਕਰਵਾਉਣਾ ਤੁਸੀਂ। ਉਹ ਮੈਂ ਬੰਦਾ ਜੀ ਇੰਨਾ ਕੁ ਰਿਕਵਰ ਕਰ ਲਿਆ। ਐਟ ਦੀ ਐਂਡ ਕੀ ਹੋਇਆ ਕਿ ਉਸ ਬੰਦੇ ਨੂੰ ਥੋੜ੍ਹੀ ਜਿਹੀ ਸਾਹ ਦੀ ਦਿੱਕਤ ਆਈ। ਉਹਦੀ ਉਸ ਟਾਈਮ TLC 31,000, ਜਿਹੜੀ ਕਿ ਅਸੀਂ 3-4 ਦਿਨ ਦੇ ਵਿੱਚ ਬਿਲਕੁਲ ਨੋਰਮਲ ਲੈ ਗਏ, 8-9,000 ਤੇ ਲੈ ਗਏ। ਬਟ ਦਿੱਕਤ ਕੀ ਹੋਈ, ਉਹ ਘਰੇ ਉਹਨੂੰ ਥੋੜ੍ਹੀ ਜਿਹੀ ਬਰੀਥਿੰਗ ਇਸ਼ੂਜ਼ ਆਏ ਹੋਣੇ, ਕਿਉਂਕਿ ਬਈ ਅੰਦਰ ਮੈਡੀਸਨ ਬਹੁਤ ਗਈ ਹੋਈ ਸੀਗੀ। ਉਹ ਉੱਥੇ ਉਹਨਾਂ ਨੇ ਲੋਕਲ ਕਿਸੇ ਡਾਕਟਰ ਨੂੰ, ਚਲੋ ਮੈਂ ਪਿੰਡ ਦਾ ਨਾਮ ਨਹੀਂ ਲਵਾਂਗੀ, ਪਰ ਉੱਥੇ ਕਿਸੇ ਡਾਕਟਰ ਤੇ ਉਹਨਾਂ ਨੇ ਜਿਹੜੇ ਡੈਰੀ ਫਾਰਮ ਕਿਹੜੇ ਸਾਹ ਦੇ ਟੀਕੇ ਲਗਾਉਂਦੇ ਆ, ਉਹ ਟੀਕੇ ਲਗਵਾ ਲਏ। ਉਹਨਾਂ ਨੇ ਕੀ ਕੀਤਾ ਜੀ, ਜਿਹੜਾ ਮੇਰਾ ਕੰਮ ਕੀਤਾ ਸਾਰਾ ਉਹ 'ਤੇ ਪਾਣੀ ਪਾਤਾ। ਪਿਸ਼ਾਬ ਵਗੈਰਾ ਵੀ ਬੰਦ ਹੋ ਗਿਆ, ਕਿਉਂਕਿ ਅੰਦਰ ਤੇਜ਼ ਬਹੁਤ ਟੀਕੇ ਹੁੰਦੇ ਆ। ਉਹ ਪਿਸ਼ਾਬ ਵੀ ਬੰਦ ਹੋ ਗਿਆ, ਜੌਂਡਿਸ ਵੀ ਵੱਧ ਗਿਆ, ਸਾਰਾ ਕੁਛ। ਮੈਂ ਫਿਰ ਟਰਾਈ ਕੀਤੀ ਕਿ ਚਲੋ ਉਹਨੂੰ ਬਚਾਵਾਂਗੇ, ਬਟ ਕੋਸ਼ਿਸ਼ ਕੀਤੀ। ਕੁਛ ਹੱਦ ਤੱਕ ਮੈਂ ਕਾਮਯਾਬ ਵੀ ਹਾਂ। ਉਹ ਬੰਦਾ ਮੇਰੇ ਕੋਲ ਆਉਂਦਾ ਡੇਲੀ ਫੀਡਬੈਕ ਲਈ, ਬਟ ਜਿੱਥੇ ਕਿ ਮੈਂ ਚਾਹੁੰਦੀ ਹਾਂ ਕਿ ਮੇਰੀ ਦਵਾਈ ਦੇ ਵਿੱਚ ਕੋਈ ਹੋਰ ਦਵਾਈ ਨਾ ਲਈ ਜਾਵੇ। ਜਿਵੇਂ ਮੇਰੇ ਪਾਪਾ ਕਹਿੰਦੇ ਸੀ, ਡਾਕਟਰ ਕੁਲਦੀਪ ਕਹਿੰਦੇ ਸੀਗੇ ਕਿ ਬਈ ਇਸ ਦਵਾਈ 'ਤੇ ਇੱਕ ਦਵਾਈ 'ਤੇ ਫੋਕਸ ਕਰੋ, ਉਨੀ ਜਲਦੀ ਫਾਸਟ ਰਿਜ਼ਲਟ ਹੈ। ਇਹ ਡਾਕਟਰ ਕੁਲਦੀਪ ਕਹਿੰਦੇ ਸੀ ਕਿ ਵੀ ਲੋਕ ਉਹਨਾਂ ਨੂੰ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਤੁਹਾਡੇ ਰਿਜ਼ਲਟ ਮੈਜਿਕ ਵਾਂਗੂ ਕਿਉਂ ਨੇ। ਉਹ ਇੱਕੋ ਗੱਲ ਕਹਿੰਦੇ ਸੀ ਕਿ ਮੈਂ ਪੇਸ਼ੈਂਟ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦਾ। ਅਸੀਂ ਉਹਨਾਂ ਦੀ ਹੀ ਲਾਈਨ 'ਤੇ ਚੱਲੇ ਹੋਏ ਹਾਂ ਕਿ ਅਸੀਂ ਪੇਸ਼ੈਂਟ ਦੇ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਪੇਸ਼ੈਂਟ ਨੂੰ ਸਾਫ਼ ਕਹੀਦਾ ਕਿ ਬਈ ਮੇਰੀ ਦਵਾਈ ਲਓਗੇ, ਇਲੈਕਟ੍ਰੋ ਹੋਮਿਓਪੈਥੀ ਦਵਾਈ ਲਓਗੇ, ਦੂਸਰੀ ਦਵਾਈ ਦਾ ਜੇ ਸਾਥ ਲਓਗੇ ਰਿਜ਼ਲਟ ਮਿਲੂ ਜ਼ਰੂਰ, ਬਟ ਬਹੁਤ ਸਲੋ, ਪਰ ਅਸੀਂ ਚਾਹੁੰਦੇ ਹਾਂ ਰਿਜ਼ਲਟ ਫਾਸਟ ਮਿਲੇ ਤੁਹਾਨੂੰ। ਜਿੰਨਾ ਬੰਦਾ ਸਾਡੇ 'ਤੇ ਯਕੀਨ ਕਰਦਾ ਜਾਂ ਫੋਕਸ ਕਰਦਾ ਇੱਕ ਪੈਥੀ 'ਤੇ, ਉਹ ਅੱਜ ਸਾਰੇ ਠੀਕ ਹੈ। ਬਾਕੀ ਬਾਬਾ ਜੀ ਦੀ ਕਿਰਪਾ ਹੈ। ਭੈਣ ਜੀ, ਜਿਸ ਤਰੀਕੇ ਨਾਲ ਲਾਈਫ ਸਟਾਈਲ ਡਿਜ਼ੀਜ਼ ਨੇ, ਲਾਈਕ ਸ਼ੂਗਰ ਹੈ, ਹਾਰਟ ਅਟੈਕ ਦੀ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ, ਥਾਇਰਾਇਡ ਦੀ ਪ੍ਰੋਬਲਮ ਹੈਗੀ ਆ, ਡਿਪਰੈਸ਼ਨ, ਐਲਰਜੀ, ਕੀ ਕਹਿਣਾ ਚਾਹੋਗੇ ਕਿ ਐਸੇ ਪੇਸ਼ੈਂਟ ਅਗਰ ਉਹ ਨਾਰਮਲ ਕੰਡੀਸ਼ਨ ਤੁਹਾਡੇ ਕੋਲ ਆ ਜਾਣ ਤਾਂ ਉਸ ਤੋਂ ਬਾਅਦ 'ਚ ਵੱਡੀਆਂ ਜਿਹੜੀਆਂ ਚੀਜ਼ਾਂ ਬਣਨੀਆਂ ਉਹ ਨਹੀਂ ਬਣਦੀਆਂ, ਔਰ ਇਹ ਚੀਜ਼ਾਂ ਅਰਲੀ ਸਟੇਜ 'ਚ ਆ ਕੇ ਤੁਹਾਡੇ ਕੋਲ ਬੜੀ ਲਾਈਟ ਦਵਾਈ ਲੈ ਕੇ ਹੀ ਉਹ ਕਿਉਰ ਹੋ ਸਕਦੇ ਆ। ਔਰ ਇਹ ਨਾ ਸੋਚਣ ਕਿ ਅਸੀਂ ਬਹੁਤ ਮਤਲਬ ਜਿਹੜਾ ਹੈਗਾ ਵੀ ਇਲੈਕਟ੍ਰੋਹੋਮਿਓਪੈਥਿਕ, ਜਿਸ ਤਰੀਕੇ ਨਾਲ ਤੁਸੀਂ ਕਿਡਨੀ ਵਾਲੇ ਪੇਸ਼ੈਂਟਸ ਦੇ ਨਾਲ ਅਸੀਂ ਗੱਲ ਕੀਤੀ ਕਿ ਅੱਜ ਉਹਨਾਂ ਦਾ ਡਾਇਲਿਸਿਸ ਹੀ ਬੰਦ ਹੋ ਗਿਆ ਔਰ ਉਹ ਜ਼ਿੰਦਗੀ ਨਵੀਂ ਜੀ ਰਹੇ। ਹਾਂਜੀ, ਬਿਲਕੁਲ ਇਹ ਗੱਲ ਬਿਲਕੁਲ ਸਹੀ ਹੈ ਕਿ ਲੋਕ ਕਹਿ ਦਿੰਦੇ ਆ ਕਿ ਸ਼ੂਗਰ, BP ਇਹ ਕਦੇ ਨਹੀਂ ਠੀਕ ਹੁੰਦਾ ਗਾ। ਸਪੈਸ਼ਲੀ ਸ਼ੂਗਰ ਦੇ ਵਿੱਚ, ਸ਼ੂਗਰ ਉਹ ਕਹਿ ਦਿੰਦੇ ਆ ਕਿ ਬਈ ਇੱਕ ਲਾ ਇਲਾਜ ਬਿਮਾਰੀ ਹੈ ਜਿਹਨੂੰ ਕਿ ਤੁਸੀਂ ਜਿੰਨਾ ਟਾਈਮ ਮੈਡੀਸਨ ਲੈਂਦੇ ਰਹੋਗੇ ਉਹਨਾਂ ਟਾਈਮ ਸ਼ੂਗਰ ਕੰਟਰੋਲ ਹੈ। ਬਟ ਵੀ ਯੂਜ਼ ਟੂ ਡੂ ਵਰਕ ਔਨ ਓਨਲੀ ਪੈਂਕਰੀਆਸ, ਕਿ ਅਸੀਂ ਪੈਂਕਰੀਆਸ ਨੂੰ ਰਿਪੇਅਰ ਕਰਦੇ ਹਾਂ। ਪੇਸ਼ੈਂਟ ਨੂੰ ਅਸੀਂ ਕਹਿੰਦੇ ਹਾਂ ਕਿ ਬਈ ਤੁਹਾਡਾ ਜੇ ਸ਼ੂਗਰ ਲੈਵਲ 300-400 ਰਹਿੰਦਾ ਗਾ, ਕਿ ਇੱਕ ਤਾਂ ਉਹ ਸਾਈਕੋਲੋਜੀਕਲੀ ਸੋਚਦਾ ਬੰਦਾ, ਉਹ ਕਹਿ ਦਿੰਦਾ ਕਿ ਬਈ ਸ਼ੂਗਰ ਮੇਰਾ ਲੈਵਲ ਵੱਧ ਗਿਆ, ਸ਼ੂਗਰ ਵੱਧ ਗਈ, ਠੀਕ ਹੈ ਅਸੀਂ ਕਹਿੰਦੇ ਹਾਂ ਕਿ, ਬਟ ਨਾਲ ਅਸੀਂ ਇਹ ਵੀ ਗੱਲ ਕਹਿੰਦੇ ਹਾਂ ਕਿ ਜੇ ਤੁਹਾਡਾ ਸ਼ੂਗਰ ਲੈਵਲ 300-400 ਹੋਇਆ, ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਵੀਕਨੈਸ ਹੈ, ਵੀਕਨੈਸ ਨੂੰ ਘਰੇ ਬੈਠ ਕੇ ਆਪਾਂ ਕਵਰ ਵੀ ਕਰ ਸਕਦੇ ਹਾਂ, ਬਟ ਨਹੀਂ, ਲੋਕ ਆਪਣੇ ਆਪ ਨੂੰ ਟਾਈਮ ਨਹੀਂ ਦੇਣਾ ਚਾਹੁੰਦੇ। ਉਹ ਕਹਿੰਦੇ ਕਿ ਨਹੀਂ, ਅਸੀਂ ਸ਼ੂਗਰ ਜੇ ਗੋਲੀ ਨਾ ਲਈ ਤੇ ਸਾਨੂੰ ਪਤਾ ਨਹੀਂ ਸ਼ੂਗਰ ਅਟੈਕ ਹੋ ਜਾਊਗਾ, ਐਂ ਹੋ ਜਾਊਗਾ। ਹੁਣ ਮੈਂ ਆਪਣੇ ਪੇਸ਼ੈਂਟਸ ਨੂੰ ਡਾਈਟ ਦਿੰਦੀ ਹਾਂ, ਸਪੈਸ਼ਲ ਡਾਈਟ ਦੇਈਦੀ ਆ ਕਿ ਬਈ ਤੁਸੀਂ ਕਿਸ ਟਾਈਮ ਦੇ ਵਿੱਚ ਕੀ ਖਾਣਾ, ਕਿਸ ਟਾਈਮ ਦੇ ਵਿੱਚ ਕੀ ਖਾਣਾ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਸ਼ੂਗਰ ਲੈਵਲ ਹੈ ਜਿਹੜਾ ਉਹ ਬਹੁਤ ਈਜ਼ੀ ਕੰਟਰੋਲ ਹੋ ਜਾਂਦਾ। ਹੁਣ ਇੱਦਾਂ ਨਹੀਂ ਹੈਗਾ, ਮੇਰੇ ਬਹੁਤ ਪੇਸ਼ੈਂਟ ਹੈ ਕਿ ਜਿਨ੍ਹਾਂ ਦਾ ਸ਼ੂਗਰ ਲੈਵਲ 300-400 ਰਹਿੰਦਾ ਸੀਗਾ, ਅੱਜ ਉਹਨਾਂ ਦਾ ਕਿਸੇ ਦਾ 200 ਹੈ, ਕਿਸੇ ਦਾ 150 ਹੈ, ਇੰਨਾ ਰਹਿ ਰਿਹਾ ਗਾ। ਬਟ ਉਹਦੇ ਵਿੱਚ ਹੈ ਕਿ ਹੁਣ ਮੈਂ ਤੁਹਾਨੂੰ ਘਰ ਦੀ ਐਗਜ਼ਾਮਪਲ ਹੀ ਦਿੰਦੀ ਹਾਂ ਕਿ ਸਾਡੇ ਇੱਕ ਬਹੁਤ ਕਲੋਜ਼ ਹੈ ਨਾ, ਜਿਨ੍ਹਾਂ ਦਾ ਕਿ ਸ਼ੂਗਰ ਲੈਵਲ 300-400 ਰਹਿ ਰਿਹਾ ਸੀਗਾ। ਅਸੀਂ ਉਹਨਾਂ ਦਾ ਘਰੇ ਕੀ ਇਲਾਜ ਕੀਤਾ ਕਿ ਨਹੀਂ ਵੀ ਤੁਸੀਂ ਕੁਛ ਨਹੀਂ ਲੈਣਾ, ਬਟ ਵੀਕਨੈਸ ਨੋ ਡਾਊਟ ਹੁੰਦੀ ਸੀ ਉਹਨਾਂ ਨੂੰ। 450-500 ਵੀ ਸ਼ੂਗਰ ਰਹੀ ਉਹਨਾਂ ਦੀ। ਅੱਜ ਅਸੀਂ ਮੈਨੂੰ ਲੱਗਦਾ 3-4 ਮਹੀਨੇ ਹੋ ਗਏ ਸਾਨੂੰ ਕੰਟੀਨਿਊਸਲੀ ਉਹਨਾਂ ਨੂੰ ਕਰਦੇ ਹੋਏ ਟਰੀਟ। ਅੱਜ ਉਹਨਾਂ ਦਾ ਸ਼ੂਗਰ ਲੈਵਲ 200-210 ਇੰਨਾ ਰਹਿ ਰਿਹਾ। ਬਟ ਮੇਨ ਫੋਕਸ ਤੁਹਾਨੂੰ ਡਾਈਟ 'ਤੇ ਵੀ ਚਾਹੀਦਾ, ਨਾਲ ਆਪਣੀ ਦਵਾਈ ਦਾ ਕੰਮ ਕਰਦੀ ਹੈ। ਦਰਸ਼ਕੋ, ਆਪਾਂ ਬਣੇ ਹੋਏ ਹਾਂ ਡਾਕਟਰ ਕੁਲਦੀਪ ਜੀ ਦੀ ਉਸ ਬਹਾਦਰ ਬੇਟੀ ਨਾਲ, ਜਿਸ ਬੇਟੀ ਨੇ ਇੱਕ ਦਿਨ ਵੀ ਇਹਨਾਂ ਨੇ ਹਸਪੀਟਲ ਬੰਦ ਨਹੀਂ ਹੋਣ ਦਿੱਤਾ। ਡਾਕਟਰ ਸਾਹਿਬ ਦੇ ਜੋ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਸੀਗਾ ਕਿ ਮੈਂ ਸੇਵਾ ਕਰਨੀ ਆ, ਉਹ ਆਪਣੀਆਂ ਜਿਹੜੀਆਂ ਨਿੱਜੀ ਰੁਝੇਵੇਂ ਆ ਉਹਨਾਂ ਤੋਂ ਉੱਪਰ ਉੱਠ ਕੇ
ਚਾਹੇ ਉਹ ਰਾਤ ਨੂੰ 1 ਵਜੇ ਆਉਂਦੇ ਹੁੰਦੇ ਸੀਗੇ। ਉਹਨਾਂ ਨੇ ਬਹੁਤ ਸਾਰੀਆਂ ਕਾਨਫਰੰਸਿਸ ਅਟੈਂਡ ਕੀਤੀਆਂ, ਬੜਾ ਉਹਨਾਂ ਨੇ ਇਲੈਕਟ੍ਰੋ ਹੋਮਿਓਪੈਥੀ ਲਈ ਸਾਰੀ ਜ਼ਿੰਦਗੀ ਅਗਰ ਕਿਸੇ ਨੇ ਲਾਈ ਹੈ ਤਾਂ ਡਾਕਟਰ ਕੁਲਦੀਪ ਦਾ ਨਾਮ ਸੀਗਾ। ਔਰ ਉਹਨਾਂ ਨੇ ਉਹਦੇ ਬਾਵਜੂਦ ਵੀ ਆਪਣਾ ਕਲੀਨਿਕ ਸੁਭਾਅ ਕੇ ਉਸੇ ਤਰੀਕੇ ਦੇ ਨਾਲ ਹੀ ਦੇਖਣਾ ਪੇਸ਼ੈਂਟਸ ਨੂੰ, ਔਰ ਉਹੀ ਅੱਜ ਵਾਈਬ੍ਰੇਸ਼ਨਾਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਨੇ। ਤੁਸੀਂ ਅਗਰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਭੈਣ ਜੀ ਨੂੰ ਕਦੋਂ ਮਰਜ਼ੀ ਤੁਸੀਂ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਨੀਚੇ ਚੱਲ ਰਹੇ ਨੇ। ਟਾਈਮ ਲੈ ਕੇ, ਮਤਲਬ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਟਾਈਮ ਲੈ ਕੇ ਆਓ ਇੱਥੇ, ਕਿਉਂਕਿ ਇੱਥੇ ਆ ਕੇ ਫਿਰ ਬਾਅਦ 'ਚ ਵੇਟਿੰਗ ਬਹੁਤ ਜ਼ਿਆਦਾ ਕਰਨੀ ਪੈਂਦੀ ਆ। ਟਾਈਮ ਲੈ ਕੇ ਆਓਗੇ ਤਾਂ ਵੇਟ ਜ਼ਿਆਦਾ ਨਹੀਂ ਕਰਨੀ ਪੈਂਦੀ। ਭੈਣ ਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਅੱਜ ਜੋ ਬੂਟਾ ਉਹਨਾਂ ਨੇ ਲਾਇਆ ਸੀਗਾ ਉਸੇ ਤਰੀਕੇ ਨਾਲ ਤੁਸੀਂ ਸਾਰੇ ਸੇਵਾ ਕਰ ਰਹੇ ਹੋ, ਔਰ ਉਹੀ ਚੀਜ਼ ਬਹੁਤ ਫੁੱਲ ਰਹੀ ਆ। ਉਹ ਠੀਕ ਆ, ਉਹ ਆਪਣੇ ਵਿੱਚ ਹੀ ਨੇ, ਅੱਜ ਵੀ ਵਿੱਚ ਨੇ, ਅੱਜ ਵੀ ਆਸ਼ੀਰਵਾਦ ਉਹਨਾਂ ਦਾ ਉੱਦਾਂ ਹੀ ਮਹਿਸੂਸ ਹੋ ਰਿਹਾ। ਅਸੀਂ ਇੱਥੇ ਬੈਠੇ, ਸਾਨੂੰ ਇੱਦਾਂ ਹੀ ਲੱਗ ਰਿਹਾ ਕਿ ਡਾਕਟਰ ਕੁਲਦੀਪ ਜਿਹੜੇ ਹੈਗੇ ਆ ਇੱਥੇ ਹੈਗੇ ਨੇ ਔਰ ਉਹੀ ਆਸ਼ੀਰਵਾਦ ਦੇ ਰਹੇ ਨੇ। ਹਾਂਜੀ, ਇਹ ਜੋ ਚੀਜ਼ ਸੀ ਕਿ ਮੇਰੇ ਫਾਦਰ ਸਾਹਿਬ ਨੇ ਇੱਕ ਸੁਪਨਾ ਸੀ, ਅਸੀਂ ਉਹ ਸੁਪਨੇ ਨੂੰ ਹੀ ਅੱਗੇ ਲੈ ਕੇ ਚੱਲ ਰਹੇ ਹਾਂ। ਮੈਂ, ਮੇਰੀ ਸਿਸਟਰ, ਮੇਰੇ ਪੇਰੈਂਟਸ ਜਾਂ ਮੇਰੇ ਮਦਰ ਨੇ ਜਾਂ ਸਾਡੀ ਫੈਮਿਲੀ ਮੈਂਬਰਸ ਨੇ, ਅਸੀਂ ਉਹ ਚੀਜ਼ ਨੂੰ ਸਿਰਫ ਜੋ ਨਾਮ ਆ ਸਾਰਾ ਕੁਝ ਹੈ ਜੇ ਮੇਰੇ ਫਾਦਰ ਦਾ ਹੀ ਚੱਲ ਰਿਹਾ, ਅਸੀਂ ਸਿਰਫ ਉਹਨੂੰ ਇੱਕ ਧੱਕਾ ਲਾ ਰਹੇ ਹਾਂ। ਅਤੇ ਧੱਕਾ ਵੀ ਇੰਨੇ ਕੁ ਵਧੀਆ ਤਰੀਕੇ ਨਾਲ ਲੱਗ ਰਿਹਾ। ਜੋ ਸਾਡੇ ਕੋਲ ਪੇਸ਼ੈਂਟਾਂ ਦਾ ਕਰਾਊਡ ਰਸ਼ ਪੈ ਰਿਹਾ, ਜਾਂ ਮੇਰੀ ਸਿਸਟਰ ਨੇ ਉਹਦੇ 'ਤੇ ਵਰਕ ਕੀਤਾ, ਜਾਂ ਉਹ ਮੇਰੇ ਫਾਦਰ ਸਾਹਿਬ ਨੇ ਇੰਨਾ ਕੁ ਸਟਰਗਲ ਕੀਤਾ। ਜਿਸ ਦਿਨ ਉਹ ਗਏ ਆ ਅਤੇ ਮਿਨੀਮਮ ਸਾਨੂੰ ਇੱਦਾਂ ਸੀਗਾ ਵੀ ਇੱਕ ਵਾਰੀ ਅਸੀਂ ਵੀ ਦੇਖ ਕੇ ਥੋੜ੍ਹਾ ਜਿਹਾ ਡੋਲ ਗਏ। ਅਤੇ ਜਦੋਂ ਮੈਂ ਸਿਸਟਰ ਨੂੰ ਆਪਣੀ ਨੂੰ ਕਾਲ ਕੀਤੀ ਅਤੇ ਕੈਨੇਡਾ ਤੋਂ ਮੈਂ ਇਹਦੀ ਟਿਕਟ ਬੁੱਕ ਕਰਵਾਈ ਫਾਦਰ ਸਾਹਿਬ ਦੇ ਟਾਈਮ ਜੋ ਡੈਥ ਹੁੰਦੀ ਆ, ਅਤੇ ਇਹ ਆਈ ਅਤੇ ਅਸੀਂ ਜਦੋਂ ਇਹ ਉੱਪਰ ਗਈ ਅਤੇ ਮੈਨੂੰ ਆ ਕੇ ਇਹਨੇ ਘੁੱਟ ਕੇ ਹੱਕ ਕੀਤੀ। ਮੈਨੂੰ ਕਹਿੰਦੀ ਵੀਰੇ ਵੀ ਡੈਡੀ ਚਲੇ ਤਾਂ ਗਏ, ਪਰ ਆਉਣ ਵਾਲੇ 10 ਤੋਂ 15 ਸਾਲ ਦੀ ਮੈਡੀਸਨ ਆਲਰੇਡੀ ਉਹ ਤਿਆਰ ਕਰਕੇ ਚਲੇ ਗਏ ਨੇ। ਅਤੇ ਅਸੀਂ ਸਿਰਫ ਉਹ ਚੀਜ਼ ਨੂੰ ਅੱਗੇ ਸਟੈਪ ਬਾਈ ਸਟੈਪ ਅਸੀਂ ਚੱਲ ਰਹੇ ਹਾਂ। ਸਾਡੀ ਕੋਸ਼ਿਸ਼ ਇਹ ਆ ਵੀ ਪੇਸ਼ੈਂਟ ਸਾਡੇ ਕੋਲ ਆਵੇ, ਸਾਡੇ 'ਤੇ ਟਰਸਟ ਕਰੇ, ਮੈਡੀਸਨ ਲਵੇ, ਅਤੇ ਅਸੀਂ ਉਹ ਚੀਜ਼ ਨੂੰ ਰਿਕਵਰ ਕਰਾਂਗੇ। ਨਾ ਕਿ ਕਈ ਪੇਸ਼ੈਂਟ ਆਉਂਦੇ ਆ ਜੀ ਸਾਨੂੰ ਸ਼ਾਮ ਨੂੰ ਫਰਕ ਪੈ ਜੂ, ਸ਼ਾਮ ਨੂੰ ਸਾਨੂੰ ਕੱਲ੍ਹ ਨੂੰ ਫਰਕ ਪੈ ਜੂ, ਨਹੀਂ। ਬਟ ਤੁਸੀਂ ਕੋਈ ਵੀ ਚੀਜ਼ ਆ ਉਹਨੂੰ ਟਾਈਮ ਦੇਣਾ ਹੀ ਪੈਣਾ, ਤਾਂ ਤੁਸੀਂ ਜਲਦੀ ਉਹ ਚੀਜ਼ ਨੂੰ ਰਿਕਵਰ ਕਰੋਗੇ। ਇਹਦੇ ਵਿੱਚ ਜਦੋਂ ਫਾਦਰ ਸਾਹਿਬ ਪੂਰੇ ਹੁੰਦੇ ਆ ਅਤੇ ਸਾਡੇ ਇਹੋ ਜਿਹੇ ਬੰਦੇ ਵੀ, ਈਵਨ ਮੇਰੇ ਖੁਦ ਦੇ ਕਲੋਜ਼ ਜਿਹੜੇ ਯਾਰ ਦੋਸਤ ਸੀ, ਉਹ ਵੀ ਇੱਕ ਟਾਈਮ 'ਤੇ ਤੁਹਾਡਾ ਸਾਥ ਛੱਡ ਗਏ ਸੀ। ਫਿਰ ਡੈਡੀ ਨੇ, ਮੇਰੇ ਫਾਦਰ ਸਾਹਿਬ ਨੇ, ਮੈਂ ਕਹਿੰਦਾ ਇਲੈਕਟ੍ਰੋਪੈਥੀ ਜੇ ਮੋਗੇ ਦੇ ਵਿੱਚ ਬੈਠੀ ਆ, ਉਹ ਹਰ ਇੱਕ ਬੰਦਾ ਸਾਡੇ ਇੱਥੋਂ ਫਾਦਰ ਸਾਹਿਬ ਤੋਂ ਕੰਮ ਸਿੱਖ ਕੇ ਗਿਆ ਵਾ। ਅਤੇ ਜੇ ਅੱਜ ਗੜ੍ਹ ਮੰਨਿਆ ਜਾਂਦਾ ਇਲੈਕਟ੍ਰੋਪੈਥੀ ਦਾ ਮੋਗਾ ਡਿਸਟ੍ਰਿਕਟ, ਅਤੇ ਉਹਦਾ ਮੁੱਢ ਜੇ ਉਹ ਸਾਡੇ ਫਾਦਰ ਸਾਹਿਬ ਸੀ। ਤੁਸੀਂ ਮਾਰਕੀਟ 'ਚੋਂ ਪਤਾ ਕਰੋ, ਚਾਹੇ ਤੁਸੀਂ ਪਬਲਿਕ ਪੇਸ਼ੈਂਟਾਂ ਤੋਂ ਪਤਾ ਕਰੋ, ਇੱਥੋਂ ਤੱਕ ਕਈ ਪੇਸ਼ੈਂਟ, ਕਈਆਂ, ਹੁਣ ਮੈਂ ਨਾਮ ਨਹੀਂ ਲਾਉਣਾ, ਮੈਂ ਮੋਟੇ ਉਂਗਲਾਂ 'ਤੇ ਨਾਮ ਯਾਦ ਕਰਾ ਸਕਦਾ ਵੀ ਜਿਹੜੇ ਬੰਦਿਆਂ ਨੇ ਇੱਥੋਂ ਤੱਕ ਇਹ ਗੱਲ ਕਹਿਤੀ ਸੀ ਵੀ ਜੀ ਉਹਨਾਂ ਦਾ ਹੌਸਪੀਟਲ ਅੱਜ ਤੋਂ ਬਾਅਦ ਬੰਦ ਹੋ ਗਿਆ, ਵੀ ਉੱਥੇ ਕੁਛ ਨਹੀਂ। ਪਰ ਸਾਨੂੰ 5 ਤੋਂ 6 ਦਿਨ ਸਾਨੂੰ ਇਹ ਚੀਜ਼ ਸਾਹਮਣਾ ਕਰਨਾ ਪਿਆ। ਬਟ ਅਸੀਂ ਇੱਕ ਸਿਰਫ ਆਪਣੇ ਜਜ਼ਬੇ ਦੇ ਕਰਕੇ, ਜਾਂ ਮੇਰੀ ਸਿਸਟਰ ਨੇ ਉਹ ਚੀਜ਼ ਨੂੰ ਪੈਸ਼ਨੇਟ ਵੀ ਇੰਨਾ ਕੁ ਉਹਨੇ ਆਪਦੇ ਆਪ ਨੂੰ ਇਹਦੇ 'ਚ, ਇਹਨੇ ਆਪਣੀ ਸਿਹਤ ਦਾ ਨਹੀਂ ਧਿਆਨ ਰੱਖਿਆ, ਜਾਂ ਮੇਰੇ ਮਦਰ ਨੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਿਆ, ਸਾਡੀ ਫੈਮਲੀਜ਼ ਨੇ ਸਿਹਤ ਦਾ ਧਿਆਨ ਰੱਖਿਆ, ਅਤੇ ਅਸੀਂ ਉਹ ਚੀਜ਼ ਨੂੰ ਪੂਰਾ ਇਹ ਚੀਜ਼ 'ਚ ਇਨਵੋਲਵ ਹੋ ਗਏ, ਦਿਨ ਭਰ ਰਾਤ ਵਾਂਗੂ ਇਨਵੋਲਵ ਹੋਏ ਜਿਵੇਂ ਮੇਰੇ ਫਾਦਰ ਸਾਹਿਬ ਸੀ। ਅਤੇ ਬਟ ਉਹ ਇਨਵੋਲਵਮੈਂਟ ਸਾਡੀ ਹੋਈ, ਅਤੇ ਬਾਕੀ ਸਾਰਾ ਕੁਝ ਸਾਡੇ ਫਾਦਰ ਸਾਹਿਬ ਦਾ ਹੈ ਹੀ ਸੀ। ਅਤੇ ਬਸ ਅਸੀਂ ਉਹ ਚੀਜ਼ ਨੂੰ ਰਨ ਕਰ ਰਹੇ ਹਾਂ, ਅਤੇ ਕੋਸ਼ਿਸ਼ ਇਹੀ ਹੈ ਜੋ ਫਾਦਰ ਸਾਹਿਬ ਨੇ ਇੱਕ ਰੀਤ ਚਲਾਈ ਸੀ ਉਹੀ ਚੀਜ਼ ਨੂੰ ਅਸੀਂ ਅੱਗੇ ਲੈ ਕੇ ਵਧ ਰਹੇ ਹਾਂ ਜੀ। ਅਸੀਂ ਮੰਨੀਏ ਕਿ ਉਹ ਲੋਕ ਵੀ ਤੁਹਾਡੇ ਮੋਟੀਵੇਟਰੀ ਹੋਏ ਇੱਕ ਤਰ੍ਹਾਂ ਦੇ, ਜਿਨ੍ਹਾਂ ਨੇ ਤੁਹਾਨੂੰ ਉਦੋਂ ਮਤਲਬ ਇਰੀਟੇਸ਼ਨ 'ਚ ਲਿਆਂਦਾ, ਔਰ ਉਹ ਇਰੀਟੇਸ਼ਨ ਨੇ ਇੱਕ ਮੋਟੀਵੇਸ਼ਨ ਬਣ ਕੇ ਅੱਜ ਜਿਹੜਾ ਹੈਗਾ ਸੇਵਾਵਾਂ ਡਾਕਟਰ ਸਾਹਿਬ ਦੀਆਂ ਜਿਹੜੀਆਂ ਹੈਗੀਆਂ ਡਬਲ ਕਰਤੀਆਂ ਹੈਗੀਆਂ। ਔਰ ਪੇਸ਼ੈਂਟਸ ਜਿਹੜੇ ਹੈਗੇ ਆ, ਪੁਰਾਣੇ ਪੇਸ਼ੈਂਟ ਤਾਂ ਹੈਗੇ ਆ, ਪਰ ਨਵੇਂ ਪੇਸ਼ੈਂਟ ਬਹੁਤ ਜ਼ਿਆਦਾ ਜੁੜ ਰਹੇ ਨੇ। ਬਿਲਕੁਲ ਜੀ, ਉਹ ਚੀਜ਼ ਨੇ ਸਗੋਂ ਦੀ ਸਾਨੂੰ ਕੰਮ ਕਰਨ ਦਾ ਹੋਰ ਜਜ਼ਬਾ ਦਿੱਤਾ ਵੀ ਹਾਂ ਵੀ ਤੁਸੀਂ ਇੱਦਾਂ ਨਹੀਂ, ਜੇ ਤੁਸੀਂ ਮਾਰਕੀਟ ਦੇ ਵਿੱਚ ਤੁਹਾਡੇ ਕੋਈ 4 ਬੰਦੇ ਓਪੋਨੈਂਟ ਖੜ੍ਹੇ ਆ ਤਾਂ ਮਤਲਬ ਕਿ ਤੁਸੀਂ ਇਹੋ ਜਿਹੇ ਮੁਕਾਮ 'ਤੇ ਪਹੁੰਚ ਜਾਓ ਜਿੱਥੇ ਤੁਹਾਨੂੰ ਬੰਦਾ ਕੋਈ ਖਿੱਚ ਨਾ ਸਕੇ। ਅਸੀਂ ਉਹ ਚੀਜ਼ ਨੂੰ ਲੈ ਕੇ ਚੱਲੇ। ਮੁਕਾਮ ਤੋਂ ਸਾਡੇ ਫਾਦਰ ਸਾਹਿਬ ਨੇ ਆਲਰੇਡੀ ਪਹਿਲਾਂ ਹੀ ਸੈੱਟ ਕਰ ਚੁੱਕੇ ਸੀ, ਸਿਰਫ ਅਸੀਂ ਉਹ ਮੁਕਾਮ ਨੂੰ ਸਟੇਬਲ ਕਰ ਰਹੇ ਹਾਂ। ਸਟੇਬਲ ਇਹੋ ਜਿਹੇ ਸਟੇਬਲ ਕਰਾਂਗੇ ਵੀ ਜਿੱਥੋਂ 10 ਵਾਰੀ ਬੰਦਾ ਸੋਚੂਗਾ ਵੀ ਹਾਂ ਯਾਰ ਇਹਨਾਂ ਨੂੰ ਖਿੱਚੀਏ ਤਾਂ ਖਿੱਚੀਏ ਕਿਹੜੇ ਹਿਸਾਬ ਨਾਲ। ਥੈਂਕ ਯੂ ਬ੍ਰਦਰ। ਥੈਂਕ ਯੂ।